Good morning, students. Today we will start tense ਕਾਲ ਸਮਾਂ। ਬੱਚਿਓ ਤਿੰਨ ਤਰ੍ਹਾਂ ਦੇ ਟੈਂਸ ਪਾਏ ਜਾਂਦੇ ਹੈ: ਪ੍ਰੈਜ਼ੈਂਟ ਟੈਂਸ, ਪਾਸਟ ਟੈਂਸ, ਫਿਊਚਰ ਟੈਂਸ। ਪ੍ਰੈਜ਼ੈਂਟ ਵਰਤਮਾਨ ਸਮਾਂ, ਤੁਹਾਡੀ ਹੁਣ ਦੀ ਕਲਾਸ, ਮੰਨ ਲਓ ਤੁਸੀਂ 11ਵੀਂ 'ਚ ਹੋ, ਤੁਹਾਡਾ ਇਹ ਪ੍ਰੈਜ਼ੈਂਟ ਟਾਈਮ ਹੈ। ਕੋਵਿਡ ਦਾ ਟਾਈਮ ਚੱਲ ਰਿਹਾ ਹੈ, ਪ੍ਰੈਜ਼ੈਂਟ। ਕੋਵਿਡ ਤੋਂ ਪਹਿਲਾਂ ਜਿਹੜਾ ਟਾਈਮ ਸੀ ਦੈਟ ਵਾਜ਼ ਪਾਸਟ, ਬੀਤਿਆ ਹੋਇਆ ਸਮਾਂ। ਤੁਹਾਡੀ ਪਿਛਲੀ ਕਲਾਸ ਜਿਹੜੀ ਤੁਸੀਂ ਪਾਸ ਕਰਕੇ ਹੁਣ ਨਵੀਂ ਕਲਾਸ 'ਚ ਆਏ ਹੋ, ਉਹਨੂੰ ਅਸੀਂ ਬੀਤੇ ਸਮੇਂ ਨੂੰ ਪਾਸ ਕਰੀਏ। ਫਿਊਚਰ ਤੁਹਾਡਾ ਭਵਿੱਖ, ਆਉਣ ਵਾਲੀ ਕਲਾਸ, ਤੁਸੀਂ ਅਗਲੇ ਸਾਲ ਕਿਹੜੀ ਕਲਾਸ ਵਿੱਚ ਜਾਓਗੇ, ਉਹ ਸਮਾਂ ਭਵਿੱਖ। ਸੋ ਅੱਜ ਆਪਾਂ ਟੈਂਸ ਦੇ ਬਾਰੇ ਗੱਲ ਕਰਾਂਗੇ। ਸ਼ੁਰੂਆਤ ਸਿੰਪਲ ਪ੍ਰੈਜ਼ੈਂਟ ਟੈਂਸ। ਵਾਕ ਦੀ ਪਛਾਣ, ਰੈਕੋਗਨੀਸ਼ਨ ਇਹਦੀ ਕਿਸ ਤਰ੍ਹਾਂ ਕਰਨੀ ਹੈ। ਹਰ ਸੈਂਟੈਂਸ ਦੇ ਐਂਡ ਵਿੱਚ ਦਾ, ਦੇ, ਦੀ ਲੱਗਾ ਹੋਵੇਗਾ। ਉਹ ਸਕੂਲ ਜਾਂਦਾ ਹੈ, ਮੈਂ ਸਕੂਲ ਜਾਂਦਾ ਹਾਂ, ਉਹ ਪੱਤਰ ਲਿਖਦੀ ਹੈ, ਅਸੀਂ ਹਾਕੀ ਖੇਡਦੇ ਹਾਂ। ਤੇ ਇਸ ਟੈਂਸ ਦੀ ਵਰਤੋਂ ਕਿਸੇ ਦੀ ਆਦਤ, ਰੋਜ਼ਾਨਾ ਕਰਨ ਵਾਲੇ ਕੰਮ, ਕਿਸੇ ਬਾਰੇ ਦੱਸਣਾ, ਕੁਦਰਤੀ ਸੱਚ ਦੱਸਣ ਲਈ ਕੀਤੀ ਜਾਂਦੀ ਹੈ। ਮੀਨਸ ਐਕਸ਼ਨ goes on, we are doing action, ਅਸੀਂ ਕੰਮ ਕਰਦੇ ਹਾਂ, ਦੱਸਿਆ ਜਾ ਰਿਹਾ ਕੀ ਕੰਮ ਕੀਤਾ ਜਾ ਰਿਹਾ ਹੈ। ਸੱਚ ਬੋਲਦੇ ਹਾਂ, ਸੂਰਜ ਪੂਰਬ ਵਿੱਚ ਨਿਕਲਦਾ ਹੈ, ਪੱਛਮ ਵਿੱਚ ਛਿਪਦਾ ਹੈ। ਇਹ ਸਾਰਾ ਪ੍ਰੈਜ਼ੈਂਟ ਟੈਂਸ ਹੈ। ਸੋ ਇਹਦੇ ਵਿੱਚ ਪਛਾਣ ਦਾ, ਦੇ, ਦੀ। ਹੁਣ ਆ ਗਿਆ ਕਿ ਸਿੰਪਲ ਟੈਂਸ ਜਿਹੜਾ ਆਪਾਂ ਪ੍ਰੈਜ਼ੈਂਟ ਟੈਂਸ ਕਰਨਾ, ਇਹਦਾ ਸੈਂਟੈਂਸ ਸਟਰਕਚਰ ਕਿਸ ਤਰ੍ਹਾਂ ਬਣਾਉਣਾ ਹੈ। ਇਹਦਾ ਹੀ ਨਹੀਂ ਬਲਕਿ ਕੋਈ ਵੀ ਸੈਂਟੈਂਸ ਸਟਰਕਚਰ ਬਣਾਉਣ ਦੇ ਲਈ ਤੁਹਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਹੈ। ਵਨ ਇਜ਼ ਸਬਜੈਕਟ, ਕਰਤਾ, ਕੰਮ ਕਰਨ ਵਾਲਾ। ਕੌਣ ਕੰਮ ਕਰ ਰਿਹਾ ਹੈ, ਸਬਜੈਕਟ ਪਤਾ ਹੋਣਾ ਚਾਹੀਦਾ ਹੈ। ਸੈਕਿੰਡ ਇਜ਼ ਵਰਬ, ਕਿਰਿਆ ਦੀ ਲੋੜ ਹੈ, ਕੀ ਕੰਮ ਕੀਤਾ ਜਾ ਰਿਹਾ ਹੈ, ਉਹ ਸ਼ਬਦ ਜਿੱਥੋਂ ਸਾਨੂੰ ਪਤਾ ਲੱਗੇ। ਵਰਬ, ਐਕਸ਼ਨ ਕੀ ਕੀਤਾ ਜਾ ਰਿਹਾ ਹੈ। ਤੇ ਇਸ ਦੇ ਨਾਲ ਆਬਜੈਕਟ, ਜਿਹਨੂੰ ਅਸੀਂ ਪ੍ਰੈਪੋਜੀਸ਼ਨ ਦੇ ਨਾਲ ਜੋੜਾਂ। ਸੋ ਤਿੰਨ ਮੇਨ ਚੀਜ਼ਾਂ ਸਬਜੈਕਟ, ਵਰਬ ਅਤੇ ਆਬਜੈਕਟ ਦੀ ਜ਼ਰੂਰਤ ਪੈਂਦੀ ਹੈ। ਸੋ ਸਿੰਪਲ ਪ੍ਰੈਜ਼ੈਂਟ ਟੈਂਸ ਆਪਾਂ ਪਹਿਲਾਂ ਲਵਾਂਗੇ ਅਫਰਮੇਟਿਵ ਯਾਨੀ ਪੋਜ਼ਿਟਿਵ ਟੈਂਸ ਬਣਾਉਣ ਦੇ ਲਈ ਅਸੀਂ ਕੀ ਕਰਨਾ ਹੈ। ਜੇ ਬੱਚਿਓ ਸਬਜੈਕਟ ਸਿੰਗੂਲਰ ਹੋਵੇ, ਇੱਕ ਵਚਨ ਵਿੱਚ ਹੋਵੇ, ਤਾਂ ਅਸੀਂ ਫਸਟ ਫਾਰਮ ਆਫ ਵਰਬ ਦੇ ਨਾਲ ਐਸ ਜਾਂ ਈ ਐਸ ਦੀ ਵਰਤੋਂ ਕਰਦੇ ਹਾਂ। ਫਸਟ ਫਾਰਮ ਦੇ ਨਾਲ ਐਸ ਜਾਂ ਈ ਐਸ, ਲਾਈਕ ਪਲੇ, ਪਲੇਜ਼, ਰਾਈਟਸ, ਸਿੰਗਸ, ਕੁਕਸ, ਡਾਂਸਿਸ। ਠੀਕ ਹੈ। ਸੋ ਵਰਬ ਦੇ ਨਾਲ ਐਸ ਜਾਂ ਈ ਐਸ। ਹੁਣ ਸਿੰਗੂਲਰ ਕਿਹੜੇ ਵਰਬਸ ਸਬਜੈਕਟਸ ਹੈਗੇ ਆ? ਹੀ, ਸ਼ੀ, ਕੋਈ ਵੀ ਨਾਊਨ, ਰਾਮ, ਸ਼ਾਮ, ਸੀਤਾ, ਕੁਛ ਵੀ ਅਸੀਂ ਕਹਿ ਸਕਦੇ ਹਾਂ, ਗੁਰਦੀਪ, ਸੁਰਜੀਤ। ਠੀਕ ਹੈ। ਮਾਈ ਮਦਰ, ਇਹ ਸਾਰੇ ਸਿੰਗੂਲਰ ਨਾਊਨ ਦੇ ਵਿੱਚ ਆ ਜਾਂਦੇ ਆ। ਹੀ ਐਂਡ ਸ਼ੀ ਪ੍ਰੋਨਾਊਨ ਨੇ ਜਿਹੜੇ ਕਿ ਇੱਕ ਵਚਨ 'ਚ ਆਉਂਦੇ ਨੇ, ਤੇ ਅਸੀਂ ਇਹਨਾਂ ਦੇ ਨਾਲ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈ ਐਸ ਦੀ ਵਰਤੋਂ ਕਰਾਂਗੇ। ਸੈਂਟੈਂਸ ਦੇ ਵਿੱਚ ਬੱਚਿਓ ਵਰਬ ਜਿਹੜਾ ਹੈ ਉਹ ਇੱਕ ਸਿਰ ਦਾ ਕੰਮ ਕਰਦਾ ਹੈ। ਸਿਰ ਕਿਸ ਤਰ੍ਹਾਂ ਕਿ ਜਿਸ ਤਰ੍ਹਾਂ ਬੋਡੀ ਹੈ, ਜੇ ਸਿਰ ਹੀ ਨਹੀਂ ਹੋਏਗਾ ਤੇ ਬਾਕੀ ਦਾ ਧੜ ਕਿਸ ਤਰ੍ਹਾਂ ਕੰਮ ਕਰੇਗਾ। ਸੋ ਸਿਮਿਲਰ ਸੈਂਟੈਂਸ ਦੇ ਵਿੱਚ ਧੜਕਣ ਦਾ ਕੰਮ ਕਿੰਨੇ ਕਰਨਾ ਹੈ? ਵਰਬ। ਠੀਕ ਹੈ। ਵਰਬ ਤੋਂ ਬਿਨਾਂ ਤੁਹਾਡਾ ਵਾਕ ਅਧੂਰਾ ਹੈ। ਕੋਈ ਵੀ ਗ੍ਰਾਮਰ ਦਾ ਬੇਸ ਟੈਂਸ ਤੋਂ ਸ਼ੁਰੂ ਹੁੰਦਾ ਹੈ, ਇਸ ਕਰਕੇ ਤੁਸੀਂ ਇਹਨੂੰ ਬਹੁਤ ਧਿਆਨ ਦੇ ਨਾਲ ਕਰਨਾ ਹੈ। ਸਬਜੈਕਟ, ਦੈਨ ਵਰਬ ਦੀ ਫਸਟ ਫਾਰਮ, ਐਸ ਜਾਂ ਈ ਐਸ ਨਾਲ ਲਗਾਵਾਂਗੇ। ਤੁਹਾਨੂੰ ਰੈਪੀਟੇਸ਼ਨ में एग्जाम्पल्स बोलनी है। देन ऑब्जेक्ट, she writes a letter, he plays hockey, Ram sings a song, my mother cooks food, she learns her lesson। कोई भी verb नाल s लगेगा, that will be used with singular subject, singular pronoun। एग्जाम्पल ਤੁਹਾਨੂੰ ਦਿੱਤੀਆਂ ਹੋਈਆਂ ਨੇ। ਸੈਕਿੰਡ ਇਜ਼ ਕਿ ਇਹਦੇ ਵਿੱਚ ਜੇ ਪਲੂਰਲ ਆ ਜਾਵੇ, ਬਹੁਵਚਨ ਆ ਜਾਵੇ, ਸਬਜੈਕਟ ਜੇ ਬਹੁਵਚਨ ਹੋਵੇ ਤੇ ਫਿਰ ਕੀ ਕਰਾਂਗੇ? ਫਿਰ ਬੱਚਿਓ ਕੱਲੀ ਆਪਾਂ ਵਰਬ ਦੀ ਫਸਟ ਫਾਰਮ ਨੂੰ ਹੀ ਯੂਜ਼ ਕਰਾਂਗੇ ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ। ਇਹਦੇ ਨਾਲ ਹੋਰ ਕੁਝ ਵੀ ਨਹੀਂ ਲੱਗੇਗਾ। ਐਸ ਜਾਂ ਈ ਐਸ ਨਹੀਂ ਲਗਾਉਣਾ। ਕਦੋਂ? ਜਦੋਂ ਸਬਜੈਕਟ ਪਲੂਰਲ ਹੋਵੇ, ਬਹੁਵਚਨ ਹੋਵੇ।
For example, I write a letter. They play hockey. You sing a song. We go to market. I, मैं ਲਿਖਣ ਦੇ ਵਿੱਚ ਤੁਹਾਨੂੰ ਇਹ ਲੱਗੇਗਾ ਕਿ ਇਹ ਤਾਂ ਇੱਕ ਵਚਨ ਹੈ, ਸਿੰਗੂਲਰ ਹੈ, ਫਿਰ ਇੱਥੇ ਐਸ ਕਿਉਂ ਨਹੀਂ ਲੱਗਿਆ? ਨਹੀਂ ਬੱਚੇ, ਆਈ ਇਹਦੇ ਨਾਲ ਸਿਰਫ ਵਰਬ ਦੀ ਫਾਰਮ, ਇਹਨੂੰ ਪਲੂਰਲ ਫਾਰਮ 'ਚ ਗਿਣਿਆ ਜਾਂਦਾ ਹੈ। ਦੇ, ਸ਼ੀ ਔਰ ਹੀ ਦਾ ਪਲੂਰਲ ਫਾਰਮ ਹੈ। ਦੇ, ਯੂ, ਤੁਸੀਂ, ਤੂੰ, ਇਹਦੇ ਨਾਲ ਵੀ ਸਿੰਗੂਲਰ ਇੱਕ ਵਰਬ ਦੀ ਫਸਟ ਫਾਰਮ ਲੱਗਣੀ ਹੈ। ਵੀ, ਇਹਦੇ ਨਾਲ ਵੀ ਫਸਟ ਫਾਰਮ ਲੱਗਣੀ ਹੈ। ਇਹ ਪਲੂਰਲ ਹਨ। ਇਹ ਸਬਜੈਕਟਸ ਜਿਹੜੇ ਵੀ ਨੇ ਇਹਨਾਂ ਨੂੰ ਪਲੂਰਲ ਦੇ ਵਿੱਚ ਬਹੁਵਚਨ 'ਚ ਗਿਣਿਆ ਜਾਂਦਾ ਹੈ। ਸੋ ਇਹਨਾਂ ਦੇ ਨਾਲ ਸਿਰਫ ਪਹਿਲੀ ਫਾਰਮ ਲੱਗਣੀ ਹੈ। ਇੱਕ ਚੀਜ਼ ਦਾ ਧਿਆਨ ਰੱਖਣਾ ਹੈ, ਇਹ ਸਿੰਪਲ ਪ੍ਰੈਜ਼ੈਂਟ ਟੈਂਸ ਹੈ। ਇੱਥੇ ਕਿਤੇ ਵੀ ਮੈਂ ਤੁਹਾਨੂੰ ਇਜ਼, ਐਮ, ਆਰ ਦੀ ਵਰਤੋਂ ਨਹੀਂ ਦੱਸੀ ਹੈ। ਸੋ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਕੇ ਕਰਨਾ। ਸਿੰਪਲ ਪ੍ਰੈਜ਼ੈਂਟ ਟੈਂਸ ਬਟ ਨੈਗੇਟਿਵ ਜੇ ਹੋਵੇ, ਨੈਗੇਟਿਵ ਮੀਨ ਨਾ ਵਾਲਾ ਵਾਕ ਹੋਏ ਤਾਂ ਫਿਰ ਆਪਾਂ ਕੀ ਕਰਾਂਗੇ? ਜਦੋਂ ਸਿੰਪਲ ਪ੍ਰੈਜ਼ੈਂਟ ਟੈਂਸ ਵਿੱਚ ਨੈਗੇਟਿਵ ਸੈਂਟੈਂਸ ਆ ਜਾਵੇ, ਨੈਗੇਟਿਵ ਵਾਕ ਆ ਜਾਵੇ, ਤੇ ਜੇ ਸਬਜੈਕਟ ਸਿੰਗੂਲਰ ਹੋਏਗਾ ਤਾਂ ਅਸੀਂ ਇੱਥੇ ਡਜ਼ ਨੋਟ ਦੀ ਵਰਤੋਂ ਕਰਾਂਗੇ ਔਰ ਨਾਲ ਫਸਟ ਫਾਰਮ ਆਫ ਵਰਬ, ਹੈਲਪਿੰਗ ਵਰਬ ਇਹਨੂੰ ਅਸੀਂ ਕਵਾਂਗੇ। ਡੂ, ਡਜ਼ ਹੈਲਪਿੰਗ ਵਰਬ ਜਿਹੜੇ ਨੇ ਉਹ ਯੂਜ਼ ਕੀਤੇ ਜਾਣਗੇ। ਫਸਟ ਫਾਰਮ ਆਫ ਵਰਬ ਐਜ਼ ਇਟ ਇਜ਼ ਲੱਗੇਗੀ ਕਿਉਂਕਿ ਇਹ ਸਿੰਪਲ ਪ੍ਰੈਜ਼ੈਂਟ ਟੈਂਸ ਹੈ। ਸੋ ਡਜ਼ ਨੋਟ ਦੇ ਨਾਲ ਫਸਟ ਫਾਰਮ ਆਫ ਵਰਬ ਯੂਜ਼ ਕੀਤੀ ਜਾਵੇਗੀ, ਵਰਤੋਂ ਕੀਤੀ ਜਾਵੇਗੀ। ਸੋ ਸਾਡਾ ਸੈਂਟੈਂਸ ਸਟਰਕਚਰ ਕੀ ਹੋਏਗਾ? ਪਹਿਲਾਂ ਸਬਜੈਕਟ, ਉਹ ਕੁਛ ਵੀ ਹੋ ਸਕਦਾ ਵਾ, ਆਈ, ਵੀ, ਯੂ, ਹੀ, ਸ਼ੀ, ਕਿਸੇ ਦਾ ਨਾਮ ਰਾਮ ਆ ਗਿਆ, ਠੀਕ ਹੈ। ਤੇ ਇਹਦੇ ਨਾਲ ਅਸੀਂ ਡਜ਼ ਨੋਟ, ਦੈਨ ਵਰਬ ਦੀ ਫਸਟ ਫਾਰਮ ਔਰ ਉਸ ਤੋਂ ਬਾਅਦ ਆਬਜੈਕਟ ਅਸੀਂ ਲਗਾਵਾਂਗੇ। Example, she does not write a letter. He does not play hockey. Ram does not sing a song. My mother does not cook food. Examples ਹੁਣ ਮੈਂ ਦਿੱਤੀਆਂ ਹੋਈਆਂ, ਪੰਜਾਬੀ ਨਾਲ ਲਿਖੀ ਹੈ, ਤੁਸੀਂ ਉਹਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ। ਸੋ ਜੇ ਨੈਕਸਟ ਇਜ਼, ਜੇ ਸਬਜੈਕਟ ਪਲੂਰਲ ਹੋਵੇ ਤਾਂ ਫਿਰ ਕੀ ਕਰਨਾ ਹੈ? ਵੈਰੀ ਸਿੰਪਲ। ਜਦੋਂ ਸਬਜੈਕਟ ਪਲੂਰਲ ਆ ਗਿਆ, ਆਪਾਂ ਪਿਛਲੀ ਸਲਾਈਡ 'ਚ ਪੜ੍ਹਿਆ, ਆਈ, ਦੇ, ਯੂ, ਵੀ ਜਾਂ ਪਲੂਰਲ ਨਾਊਨਸ। ਨਾਊਨ ਸਿੰਗੂਲਰ 'ਚ ਵੀ ਹੁੰਦੇ ਨੇ, ਨਾਊਨ ਪਲੂਰਲ 'ਚ ਵੀ ਨੇ। ਸੋ ਇਹਨਾਂ ਦੇ ਨਾਲ ਅਸੀਂ ਯੂਜ਼ ਕਰਾਂਗੇ ਡੂ ਨਾਟ ਦੇ ਨਾਲ ਫਸਟ ਫਾਰਮ ਦੀ ਵਰਤੋਂ ਕੀਤੀ ਜਾਏਗੀ। ਫਸਟ ਫਾਰਮ ਆਫ ਵਰਬ ਦੀ ਵਰਤੋਂ ਕੀਤੀ ਜਾਂਦੀ ਹੈ। ਸਬਜੈਕਟ, ਡੂ ਨਾਟ, ਫਸਟ ਫਾਰਮ ਆਫ ਵਰਬ, ਦੈਨ ਆਬਜੈਕਟ। I do not write a letter. They do not play hockey. You do not sing a song. We do not go to market. Next is interrogative, ਪ੍ਰਸ਼ਨ ਵਾਲਾ ਵਾਕ। ਹੁਣ ਜੇ ਪ੍ਰਸ਼ਨ ਵਾਲਾ ਵਾਕ ਆ ਜਾਏ ਸਿੰਪਲ ਪ੍ਰੈਜ਼ੈਂਟ ਟੈਂਸ ਵਿੱਚ ਤਾਂ ਕੀ ਕਰੋਗੇ? ਵੈਰੀ ਈਜ਼ੀ। ਨੈਗੇਟਿਵ ਤੁਸੀਂ ਕੀਤਾ, ਉੱਥੇ ਆਪਾਂ ਸਿੰਗੂਲਰ ਨਾਲ ਕੀ ਲਗਾਇਆ? ਹੈਲਪਿੰਗ ਵਰਬ ਡਜ਼, ਫਸਟ ਫਾਰਮ ਆਫ ਵਰਬ। ਪਲੂਰਲ 'ਚ ਹੈਲਪਿੰਗ ਵਰਬ ਡੂ, ਫਸਟ ਫਾਰਮ ਆਫ ਵਰਬ। ਇੱਥੇ ਵੀ ਸੇਮ ਹੈ, ਵੈਰੀ ਸਿੰਪਲ। ਬਟ ਇੰਟਰੋਗੇਟਿਵ ਹੋਣ ਦੇ ਕਾਰਨ, ਪ੍ਰਸ਼ਨ ਵਾਲਾ ਵਾਕ ਹੋਣ ਦੇ ਕਾਰਨ ਜਿਹੜਾ ਤੁਸੀਂ ਹੈਲਪਿੰਗ ਵਰਬ ਲਗਾਏ ਨੇ ਡੂ ਔਰ ਡਜ਼, ਆਪਾਂ ਹੁਣ ਸੈਂਟੈਂਸ ਸਟਰਕਚਰ ਵਿੱਚ ਸ਼ੁਰੂਆਤ ਹੈਲਪਿੰਗ ਵਰਬ ਤੋਂ ਕਰਾਂਗੇ। ਸਬਜੈਕਟ ਉਸ ਤੋਂ ਬਾਅਦ ਆਏਗਾ ਤਾਂ ਹੀ ਅਸੀਂ ਇਹਨੂੰ ਕੁਐਸਚਨ ਵਾਲਾ ਸੈਂਟੈਂਸ, ਕੁਐਸਚਨ ਮਾਰਕ ਬਣਾਵਾਂਗੇ, ਇੰਟਰੋਗੇਟਿਵ ਬਣਾਵਾਂਗੇ। ਡਜ਼ ਇੱਕ ਵਚਨ ਹੈ, ਡਜ਼ ਲੱਗੇਗਾ, ਫਿਰ ਸਬਜੈਕਟ ਆਏਗਾ, ਉਸ ਤੋਂ ਬਾਅਦ ਫਸਟ ਫਾਰਮ ਆਫ ਵਰਬ ਤੇ ਆਬਜੈਕਟ। ਕੋਈ ਫਰਕ ਨਹੀਂ ਹੈ, ਸਿਰਫ ਹੈਲਪਿੰਗ ਵਰਬ ਨੂੰ ਅਸੀਂ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਕਿ ਪ੍ਰਸ਼ਨ ਜਿਹੜਾ ਪੁੱਛਿਆ ਗਿਆ ਉਹਦਾ ਜਵਾਬ ਅਸੀਂ ਦੇਣਾ ਹੈ। Does she write a letter? Does he play hockey? Does Ram sing a song? Does my mother cook food? तो एक क्वेश्चन पूछा गया, does तो शुरुआत होई। प्लूरल ਦੇ ਵਿੱਚ do ਦੇ ਨਾਲ ਫਸਟ ਫਾਰਮ ਆਫ ਵਰਬ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ਨ ਵਾਲਾ ਵਾਕ ਹੈ ਤੇ ਹੈਲਪਿੰਗ ਵਰਬ ਤੋਂ ਸ਼ੁਰੂ ਹੋਏਗਾ। ਸੇਮ ਅਸੀਂ do ਤੋਂ ਸ਼ੁਰੂ ਕਰਾਂਗੇ। Do I write a letter? Do they play hockey? Do you sing a song? Do we go to market? तो ਇਹ ਤੁਸੀਂ ਚੰਗੀ ਤਰ੍ਹਾਂ ਸਮਝ ਜਾਓਗੇ। ਇਹਨੂੰ ਰੀਡ ਕਰਿਓ। ਸਿੰਗੂਲਰ ਇੱਕ ਵਚਨ ਡਜ਼, ਬਹੁਵਚਨ ਡੂ, ਠੀਕ ਹੈ। ਇੰਟਰੋਗੇਟਿਵ ਹੈ, ਹੈਲਪਿੰਗ ਵਰਬ ਪਹਿਲਾਂ ਲਿਖਣਾ ਹੈ, ਫਿਰ ਸਬਜੈਕਟ ਲੱਗੇਗਾ, ਦੈਨ ਵਰਬ ਦੀ ਫਸਟ ਫਾਰਮ ਹੈ। ਜੇ ਸਪੋਜ਼ ਤੁਹਾਨੂੰ ਇਹਦੇ ਵਿੱਚ ਵੀ ਨੈਗੇਟਿਵ ਸੈਂਟੈਂਸ ਆ ਜਾਏ ਤਾਂ ਫਿਰ ਤੁਸੀਂ ਕਰੋਗੇ ਡਜ਼ ਸ਼ੀ ਨਾਟ ਰਾਈਟ ਅ ਲੈਟਰ, ਸਬਜੈਕਟ ਤੋਂ ਬਾਅਦ ਨਾਟ ਲਗਾਵਾਂਗੇ।
ਸੋ ਕਿ ਬੱਚੇ 3 ਟਾਈਪ ਉਹਦੇ ਵਿੱਚ ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਪੋਜ਼ਿਟਿਵ ਜਾਂ ਅਫਰਮੇਟਿਵ, ਨੈਗੇਟਿਵ ਐਂਡ ਇੰਟਰੋਗੇਟਿਵ। ਤਿੰਨਾਂ ਦੇ ਵਿੱਚ ਮੈਂ ਤੁਹਾਨੂੰ ਹੈਲਪਿੰਗ ਵਰਬ ਦੱਸਤੇ, ਵਰਬ ਦੀ ਫਾਰਮ ਵੀ ਦੱਸੀ ਹੈ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਤੁਸੀਂ ਇਹਦੀ ਪ੍ਰੈਕਟਿਸ ਕਰਨੀ ਹੈ। ਐਕਸਰਸਾਈਜ਼ ਮੈਂ ਤੁਹਾਨੂੰ ਸੈਂਟੈਂਸ ਨਾਲ PDF ਦੇ ਵਿੱਚ ਭੇਜੇ ਹਨ। ਸੋ ਇੰਪੋਰਟੈਂਟ ਪੁਆਇੰਟਸ ਟੂ ਰਿਮੈਂਬਰ, I, we, they, you फर्स्ट फॉर्म लगनी है, नेगेटिव होएगा तो डू नॉट प्लस फर्स्ट फॉर्म, ओके। प्लूरल आ गया अपने को, सिंगुलर आ गया ही, शी, इट, इनू याद रखना है सिंगुलर ने। फर्स्ट फॉर्म ऑफ वर्ब एस या ES, डज नॉट फर्स्ट फॉर्म। इन्हां नू तुसी चंगी तरह करना है बच्चे। जे तुहानू टेंस आ गए तो तुसी नरेशन, वॉइस, ग्रामर का कोई भी काम बड़ी आसानी नाल कर सकते हो। होपफुली तुहानू समझ आएगी, बट इन केस जे कोई प्रॉब्लम आती है तो तुसी मेरे कोलों पूछ सकते हो। थैंक यू सो मच।